Like the video, subscribe to the channel and press the bell icon for latest video updates. देखो भाजी सिचुएशन ये है कि पेंडेमिक चो ਅਸੀਂ गुजर रहे हैं हले कुछ नहीं पता सेकंड स्पाइक ने की रंग दिखाना है जी जी ਬਰਡ ਫਲੂ 10 ਸੂਬਿਆਂ ਦੇ ਵਿੱਚ ਫੈਲ ਗਿਆ फैल गया हाँ जी ਉਹ ਵੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ हाँ जी ਇਹਦੇ ਇਲਾਵਾ ਸਾਡੀਆਂ ਫੋਰਸਸ ਦੋਨੇ ਬਾਰਡਰਸ ਤੇ ਨਾਰਥ ਐਂਡ ਵੈਸਟ हाँ जी ਪੂਰੀਆਂ ਐਕਟਿਵ ਹੈ हाँ जी ਸਾਡਾ ਪੂਰੀ ਲਸ਼ਕਰ ਬਾਰਡਰ ਤੇ ਤਾਇਨਾਤ ਕੀਤਾ ਹੋਇਆ ਹੈ हम्म, ਅਸੀਂ ਇਕਨੋਮਿਕ ਕ੍ਰਾਈਸਿਸ ਚ ਹੈ ਇਕਨੋਮੀ ਹਾਂਜੀ। ਇੰਡੀਆ ਦੀ ਸ਼ੈਟਰ ਕੀਤੀ ਹੋਈ ਹੈ जी जी ਅਸੀਂ ਇੰਨੇ ਜ਼ਿਆਦਾ ਚੈਲੰਜਸ ਦੇ ਨਾਲ ਪੰਜਵਾਂ ਚੈਲੰਜ ਸੈਲਫ ਕ੍ਰੀਏਟਡ ਚੈਲੰਜ ਕ੍ਰੀਏਟ ਕਰੀਏ ਉਹ हम्म, ਐਡਵਾਈਜ਼ੇਬਲ ਨਹੀਂ ਹੈ हाँ जी ਅਗੇਂਸਟ ਕਾਮਨ ਸੈਂਸ ਹੈ हाँ जी अगेंस्ट नेशनल इंटरेस्ट है फार्मर सही है फार्मर गलत है गवर्नमेंट मस्ट कम नॉट वन स्टेप इफ रिक्वायर्ड 100 स्टेप्स फॉरवर्ड ਇਹਨੂੰ ਖਤਮ ਕਰਨਾ ਚਾਹੀਦਾ ਦੱਸੋ ਕਿਸਾਨੀ ਸੰਘਰਸ਼ ਬਾਰੇ ਤੁਹਾਨੂੰ ਪਤਾ ਹੈਗਾ ਸੁਪਰੀਮ ਕੋਰਟ 'ਚ ਕੱਲ ਪ੍ਰੋਸੀਡਿੰਗ ਹੋਈਆਂ ਹੈਗੀਆਂ ਉਹਦੇ ਵਿੱਚ ਦੋ ਚੀਜ਼ਾਂ ਤਾਂ ਪੂਰੀ ਤਰ੍ਹਾਂ ਕਲੀਅਰ ਹੋ ਗਈਆਂ ਇੱਕ ਤਾਂ ਕਿਸਾਨੀ ਸੰਘਰਸ਼ ਨੂੰ ਲੈ ਕੇ ਸਰਕਾਰ ਦੀ ਮੰਸ਼ਾ ਉਹ ਬਿਲਕੁਲ ਹੀ ਕਲੀਅਰ ਨਹੀਂ ਹੋਈ ਆ ਪੰਜਾਬੀ ਚ ਕਹਿੰਦੀ ਤੇ ਸਰਕਾਰ ਕਾਲੇ ਦਿਲ ਦੀ ਹੈਗੀ ਆ ਕਿ ਜਿਸ ਹਿਸਾਬ ਨਾਲ ਅਟਾਰਨੀ ਜਨਰਲ ਨੇ ਉੱਥੇ ਬਹਿਸ ਕੀਤੀ ਹੈਗੀ ਆ ਜਾਂ ਆਪਣੇ ਪੁਆਇੰਟਸ ਰੱਖੇ ਹੈਗੇ ਸੁਪਰੀਮ ਕੋਰਟ ਦੇ ਉਹ ਇੱਕ ਲੱਗਦਾ ਹੈਗਾ ਸਰਕਾਰ ਬਾਇਸਡ ਹੈਗੀ ਦੂਸਰਾ ਸੁਪਰੀਮ ਕੋਰਟ ਨੇ ਬਹੁਤ ਅੱਛੇ ਤਰੀਕੇ ਨਾਲ ਸੁਣਵਾਈ ਕੀਤੀ ਸਰਕਾਰ ਨੂੰ ਫਟਕਾਰ ਵੀ ਲਗਾਈ ਹੈਗੀ ਆ ਇਹ ਸਾਰੇ ਡਿਟੇਲ ਵਿੱਚ ਅਸੀਂ ਕਾਰਵਾਈ ਦੀ ਗੱਲਬਾਤ ਕਰਾਂਗੇ ਸਾਡੇ ਨਾਲ ਆਨਲਾਈਨ ਲੁਧਿਆਣਾ ਤੋਂ ਜੁੜੇ ਨੇ ਹਰੀਸ਼ ਰਾਏ ਟਾਂਡਾ ਜੀ ਸਾਬਕਾ ਐਮਐਲਏ ਨੇ ਚੇਅਰਮੈਨ ਰਹੇ ਹੈਗੇ ਪੰਜਾਬ ਐਂਡ ਬਾਰ ਕੌਂਸਲ ਟਾਂਡਾ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ ਥੈਂਕ ਯੂ ਸਰ ਕੱਲ ਦੀਆਂ ਪ੍ਰੋਸੀਡਿੰਗ ਤੋਂ ਸਾਨੂੰ ਸਭ ਕੁਝ ਲਗਭਗ ਸਰਕਾਰ ਦੀ ਮਨਸ਼ਾ ਜਾਂ ਕੀ ਕੁਝ ਹੋ ਰਿਹਾ ਹੈਗਾ ਕਲੀਅਰ ਹੋ ਜਾਂਦਾ ਹੈਗਾ ਕੀ ਕੁਝ ਤੁਸੀਂ ਕਹਿਣਾ ਚਾਹੁੰਦੇ ਸੁਪਰੀਮ ਕੋਰਟ ਦੀਆਂ ਮੇਨ ਆਬਜ਼ਰਵੇਸ਼ਨ ਬਾਰੇ ਭਾਜੀ ਬੜੀ ਮਨਸ਼ਾ ਪਹਿਲੇ ਦਿਨ ਦੀ ਸਰਕਾਰ ਦੀ ਕਲੀਅਰ ਹੈ ਸਰਕਾਰ ਇੱਕ ਪੈਸਾ ਵੀ ਇਸ ਗੱਲ ਦੇ ਵਿੱਚ ਰਾਜੀ ਨਹੀਂ ਹੈ ਕਿ ਇਹ ਕਾਨੂੰਨ ਵਾਪਸ ਲੈ ਲੂਗੀ ਉਹ ਜੀ ਪੈਰਾ ਵਰਡ ਬਾਈ ਵਰਡ ਬਹਿਸ ਕਰਨ ਲਈ ਤਿਆਰ ਹੈ ਕਿ ਦੱਸੋ ਤੁਹਾਡੇ ਖਿਲਾਫ ਕੀ ਅਸੀਂ ਦੂਰ ਕਰ ਲਈਏ ਉਹੀ ਮਨਸ਼ਾ ਉਹਨਾਂ ਨੇ ਉੱਥੇ ਜ਼ਾਹਰ ਕੀਤੀ ਹੈ ਸੁਪਰੀਮ ਕੋਰਟ ਦੇ ਸਾਹਮਣੇ ਹਾਂਜੀ ਹਾਂਜੀ ਠੀਕ ਤੇ ਸੁਪਰੀਮ ਕੋਰਟ ਦੀਆਂ ਮੇਨ ਆਬਜ਼ਰਵੇਸ਼ਨ ਕੀ ਆਈਆਂ ਹੈਗੀਆਂ ਜਿਹੜੇ ਵਿੱਚ ਉਹਨਾਂ ਨੇ ਜਿਹੜੇ ਸਾਡੇ ਦਰਸ਼ਕਾਂ ਨੂੰ ਤੁਸੀਂ ਸ਼ੇਅਰ ਕਰਨੀਆਂ ਚਾਹੁੰਦੇ ਹੋ ਦੇਖੋ ਸੁਪਰੀਮ ਕੋਰਟ ਦੀ ਆਰਡਰ ਕੀ ਆਂਦਾ ਹੈ ਉਹ ਤਾਂ ਆਏ ਤੇ ਹੀ ਆਪਾਂ ਕਮੈਂਟ ਕਰ ਸਕਦੇ ਹਾਂ ਪਰ ਜਿਹੜੀਆਂ ਡੈਲੀਬਰੇਸ਼ਨ ਹੋਈਆਂ ਉੱਥੇ ਜਿੰਨੇ ਕੋਰਟ ਵੱਲੋਂ ਸਵਾਲ ਕੀਤੇ ਗਏ ਹੈ ਜਵਾਬ ਗਏ ਹੈ ਸਾਰਿਆਂ ਦੇ ਵਿੱਚੋਂ ਮਿਲਾ ਕੇ ਲੱਗਦਾ ਹੈ ਕਿ ਕੋਰਟ ਬਹੁਤ ਸੰਜੀਦਾ ਹੈ ਹਾਲਾਤ ਤੋਂ ਕਿ ਜਿਸ ਹਾਲਾਤ ਦੇ ਵਿੱਚ ਫਾਰਮਰ ਬੈਠੇ ਹੈ ਉਹ ਉਹਨਾਂ ਨਾਲ ਬਹੁਤ ਜ਼ਿਆਦਾ ਪੇਨਡ ਹੈ ਹਾਂਜੀ ਐਂਡ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਗਵਰਨਮੈਂਟ ਨੂੰ ਬਹੁਤ ਪਹਿਲਾਂ ਵਾਈਂਡ ਅਪ ਕਰ ਲੈਣੀ ਚਾਹੀਦੀ ਸੀ ਇਹ ਬਹੁਤ ਲੰਬਾ ਚਲਾ ਦਿੱਤਾ ਜਿਹੜਾ ਡੈਟਰੀਮੈਂਟਲ ਹੈ ਟੂ ਦੀ ਹੈਲਥ ਆਫ ਸੀਨੀਅਰ ਸਿਟੀਜ਼ਨਸ ਲੇਡੀਜ਼ ਬੱਚੇ ਤੇ ਉਹਨਾਂ ਨੇ ਆਪਣਾ ਐਕਸਪ੍ਰੈਸ਼ਨ ਵੀ ਦਿੱਤਾ ਹੈ ਕਿ ਉਹ ਬੱਚਿਆਂ ਨੂੰ ਸੀਨੀਅਰ ਸਿਟੀਜ਼ਨਸ ਨੂੰ ਲੇਡੀਜ਼ ਨੂੰ ਤੁਸੀਂ ਇਸ ਪ੍ਰੋਟੈਸਟ ਸਾਈਟ ਤੋਂ ਵਾਪਸ ਭੇਜ ਦਿਓ ਪਰ ਫਾਰਮ ਯੂਨੀਅਨਸ ਵੱਲੋਂ ਦੱਸਿਆ ਗਿਆ ਕਿ ਉਹ ਲੈ ਕੇ ਨਹੀਂ ਆਏ ਲੋਕ ਆਪਣੇ ਆਪ ਆਏ ਹੈ ਲੋਕਾਂ ਦੇ ਕੰਸਰਨ ਹੈ ਦੇਖੋ ਪੋਸਚਰਸ ਹੈ ਐਂਡ ਸੁਪਰੀਮ ਕੋਰਟ ਨੇ ਇਹ ਵੀ ਮਹਿਸੂਸ ਕੀਤਾ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਡੈਡਲੌਕ ਹੈ ਡੈਡਲੌਕ ਦੂਰ ਨਹੀਂ ਹੋ ਸਕਦਾ ਜਦ ਤੱਕ ਕੋਈ ਮੀਡੀਏਟ ਨਾ ਕਰੇ ਹਾਂਜੀ ਸੋ ਉਹਨਾਂ ਨੇ ਮੀਡੀਏਸ਼ਨ ਦੀ ਇੱਕ ਕਮੇਟੀ ਦੀ ਪ੍ਰਪੋਜ਼ਲ ਵੀ ਪੁੱਟ ਅਪ ਕੀਤੀ ਸੀ ਵਿਊਜ਼ ਲੈਣ ਲਈ ਜਿਹਦੀ ਜ਼ਿਆਦਾ ਮੁਖਾਲਫਤ ਨਹੀਂ ਹੋਈ ਪਰ ਹੁਣ ਫਾਰਮ ਯੂਨੀਅਨ ਦੇ ਜਿਹੜੇ ਲੀਡਰਸ ਆ ਉਹ ਕਹਿੰਦੇ ਆ ਅਸੀਂ ਕਿਸੇ ਕਿਸਮ ਦੀ ਮੀਡੀਏਸ਼ਨ ਐਕਸੈਪਟ ਨਹੀਂ ਕਰਾਂਗੇ ਸੋ ਫਾਰਮ ਯੂਨੀਅਨਸ ਦੇ ਪੋਸਚਰ ਵੀ ਬਹੁਤ ਹਾਰਡ ਹੈ ਹਾਂਜੀ ਚਲੋ ਮੈਂ ਹੁਣ ਆਪਾਂ ਇਕੱਲਾ ਪੁਆਇੰਟ ਵਾਈਜ਼ ਪੁਆਇੰਟ ਕਰ ਰਹੇ ਨੇ ਜੇ ਸਰਕਾਰ ਦੀਆਂ ਦੇਖਿਆ ਜਾਵੇ ਦੇਖੋ ਪਹਿਲਾਂ 2 ਮਹੀਨੇ ਇੱਥੇ ਉਹ ਰਹੇ ਹੈਗੇ ਆ ਫਿਰ ਉੱਥੇ ਚਲ ਗਏ ਉੱਥੇ ਵੀ ਹੁਣ ਲਗਭਗ ਇਹਨਾਂ ਨੂੰ ਸਵਾ ਕੁ ਮਹੀਨਾ ਹੋ ਗਿਆ ਹੈਗਾ ਮਤਲਬ ਬੇਸਿਕਲੀ ਦੇਸ਼ ਦੇ ਸਿਟੀਜ਼ਨ ਆ ਉਹ ਅੰਨ ਉਗਾਉਂਦੇ ਹੈਗੇ ਆ ਈਵਨ ਕੋਈ ਵੀ ਸਿਟੀਜ਼ਨ ਹੋਵੇ ਜਿਹਨੂੰ ਕੋਈ ਗ੍ਰੀਵੈਂਸ ਹੈਗੀ ਆ ਉਹਦੇ ਤੇ ਸਰਕਾਰ ਇਸ ਤਰ੍ਹਾਂ ਦਾ ਇੱਕ ਟ੍ਰੀਟ ਕਰੇ ਜਿਵੇਂ ਕਿਸੇ ਬਾਹਰਲੇ ਦੇਸ਼ ਦੇ ਸਿਟੀਜ਼ਨ ਜਾਂ ਪਤਾ ਨਹੀਂ ਕਿਹੜੇ ਉਹ
ਐਂਟੀ ਨੈਸ਼ਨਲ ਹੈਗੀ ਆ। ਇਹਦੇ ਤੇ ਇੱਕ ਸਰਕਾਰ ਦੀ ਬੜੀ ਅਜੀਬ ਜਿਹਾ ਮਤਲਬ ਇੱਕ ਪ੍ਰਤੀਕਰਮ, ਇੰਨਾ ਇਨਹਿਊਮਨ ਟ੍ਰੀਟਮੈਂਟ ਕੋਈ ਆਪਣੇ ਵੈਰੀ ਲਈ ਨਹੀਂ ਕਰਨਾ ਚਾਹੁੰਦਾ ਕੀਤਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਨਹੀਂ, ਬਿਲਕੁਲ ਠੀਕ ਹੈ ਤੁਹਾਡੀ ਆਬਜ਼ਰਵੇਸ਼ਨ। ਦੇਖੋ, ਇਹ ਨੈਗੋਸੀਏਸ਼ਨ ਇਸ ਦੀ ਨਹੀਂ ਹੈ ਕਿ ਕਾਨੂੰਨ ਸਹੀ ਹੈ ਗਲਤ ਹੈ, ਇਹਨੂੰ ਇੱਕ ਪਾਸੇ ਛੱਡ ਦੇਣਾ ਚਾਹੀਦਾ ਹੈ। ਇਹ ਇੱਕ ਬਹੁਤ ਵੱਡਾ ਇਮੋਸ਼ਨਲ ਇਸ਼ੂ ਹੈ। ਇਨਵੋਲਵਮੈਂਟ ਜਿਹੜੀ ਫਾਰਮਰਸ ਦੀ ਹੈ ਉੱਥੇ, ਉਹਦੇ ਤੋਂ ਰਿਅਲਾਈਜ਼ ਕਰ ਲੈਣਾ ਚਾਹੀਦਾ ਹੈ ਕਿ ਕੋਈ ਲੇਡੀ ਨਹੀਂ ਜਿਹੜੀ ਉੱਥੇ ਨਾ ਹੋਵੇ, ਕੋਈ ਬੱਚਾ ਨਹੀਂ ਜਿਹੜਾ ਉੱਥੇ ਨਾ ਹੋਵੇ, ਕੋਈ ਵਰਗ ਨਹੀਂ ਜਿਹੜਾ ਉੱਥੇ ਨਾ ਹੋਵੇ। ਪੂਰੇ ਪੰਜਾਬ ਦਾ ਨਹੀਂ ਹੈ, ਪੂਰੇ ਨੈਸ਼ਨਲ ਲੈਵਲ ਤੋਂ ਸਿੰਪਥੀ ਆ ਰਹੀ ਹੈ, ਸਪੋਰਟ ਆ ਰਹੀ ਹੈ। ਸੋ ਇਹ ਗਵਰਨਮੈਂਟ ਨੂੰ ਰਿਅਲਾਈਜ਼ ਕਰ ਲੈਣਾ ਚਾਹੀਦਾ ਕਿ ਇੱਕ ਇਮੋਸ਼ਨਲ ਇਸ਼ੂ ਹੈ। ਜੇ ਇੱਕ ਇਮੋਸ਼ਨਲ ਇਸ਼ੂ ਹੈ, ਗਵਰਨਮੈਂਟ ਰਾਈਟ ਵੀ ਹੋਵੇ, ਕਾਨੂੰਨ ਸਹੀ ਵੀ ਹੋਣ, ਤਾਂ ਵੀ ਕੀ ਹੈ, ਕਾਨੂੰਨ ਵਾਪਸ ਲੈ ਲਵੇ, ਨੈਗੋਸ਼ੀਏਟ ਕਰਕੇ ਲਗਾ ਲਵੇ ਕਾਨੂੰਨ। ਕਿੰਨਾ ਫਰਕ ਪੈਂਦਾ? ਆਪਾਂ ਪਹਿਲਾਂ ਵੀ ਬੜੀ ਵਾਰ ਇਹੀ ਕੀਤਾ ਤੇ ਕੱਲ ਸੁਪਰੀਮ ਕੋਰਟ ਨੇ ਕਲੀਅਰ ਇੰਡੀਕੇਟ ਕੀਤਾ ਕਿ ਦੇ ਆਰ ਵਿਲਿੰਗ ਟੂ ਸਟੇ ਦੀ ਇੰਪਲੀਮੈਂਟੇਸ਼ਨ ਆਫ ਲਾਜ਼। ਫਿਰ ਵੀ ਗਵਰਨਮੈਂਟ ਦੇ ਨਹੀਂ ਜੁੜਿਆ ਕਿ ਉਹ ਕਹਿ ਦੇਣ ਕਿ ਜੀ ਤੁਸੀਂ ਸਟੇ ਕੀ ਕਰਨਾ, ਅਸੀਂ ਇਹਨੂੰ ਹੋਲਡ ਬੈਕ ਕਰ ਲੈਣੇ ਟਿਲ ਨੈਗੋਸ਼ੀਏਸ਼ਨਸ ਆਰ ਓਵਰ। ਐਂਡ ਹੋਲਡ ਬੈਕ ਕਰ ਲੈਣ ਤਾਂ ਕਿੰਨੀ ਕੁ ਦਿੱਕਤ ਹੈ, ਕਾਨੂੰਨ ਨੂੰ ਰੋਕ ਲੈਣ ਥੋੜੀ ਦੇਰ ਲਈ। ਹਾਂਜੀ ਹਾਂਜੀ। ਇੱਕ ਡਾਕਟਰ ਸਾਹਿਬ, ਸਰਕਾਰ ਦਾ ਇੱਕ ਮੈਂ ਹੋਰ ਸਵਾਲ ਪੁੱਛਣਾ ਚਾਹੁੰਦਾ। ਪਿੱਛੇ ਜੇ ਬਾਰਿਸ਼ ਵੀ ਬੜੀ ਸੀ, ਠੰਡ ਵੀ ਬੜੀ ਜ਼ਿਆਦਾ, ਚਲੋ ਜੇ ਉਹ ਜਿਹੜਾ ਐਜੀਟੇਸ਼ਨ ਕਰ ਰਹੇ ਹੈਗੇ ਆ, ਪਰ ਹਿਊਮੈਨਿਟੀ ਗਰਾਊਂਡ ਤੇ ਜੇ ਬਾਰਿਸ਼ ਵਿੱਚ ਕੁਛ ਇਹਨਾਂ ਨੇ 10-15-20 ਟੈਂਟ ਲਗਾ ਦਿੰਦੀ ਵੀ ਤੁਸੀਂ ਉਹਦੇ ਵਿੱਚ ਉਨੀ ਦੇਰ ਸੇਫਟੀ ਨਾਲ ਬੈਠ ਜਾਓ, ਇਦਾਂ ਦਾ ਕੋਈ ਜੈਸਚਰ ਸਰਕਾਰ ਵੱਲੋਂ ਐਕਸਪੈਕਟਡ ਨਹੀਂ ਸੀ? ਐਕਸਪੈਕਟਡ ਤਾਂ ਬਹੁਤ ਕੁਝ ਸੀ, ਐਕਸਪੈਕਟਡ ਤਾਂ ਸੀ। ਹੁਣ ਗੱਲ ਇਹ ਹੈ ਕਿ ਹੁਣ ਤਾਂ ਅੱਖਾਂ ਵੀ ਪੱਕ ਗਈਆਂ ਸਰਕਾਰ ਵੱਲ ਦੇਖ ਦੇਖ ਕੇ। ਦੇਖੋ, ਸਰਕਾਰ ਨੂੰ ਪਹਿਲੇ ਦਿਨ ਤੋਂ ਹਾਈਜੀਨ ਦਾ ਇੰਤਜ਼ਾਮ, ਫੌਜੀ ਪੱਧਰ ਤੇ ਇਹਨਾਂ ਦੇ ਰਹਿਣ ਦਾ ਇੰਤਜ਼ਾਮ, ਟੈਂਪਰੇਰੀ ਸ਼ੈਡਸ ਕ੍ਰੀਏਟ ਕਰ ਦਿੰਦੇ, ਗਵਰਨਮੈਂਟ ਆਪਣੇ ਵੱਲੋਂ ਕਰ ਦਿੰਦੀ। ਕਿੰਨੀ ਕੁ ਪ੍ਰੋਬਲਮ ਸੀਗੀ ਨਾਲ? ਮੈਂ ਕਹਿੰਦਾ ਗਵਰਨਮੈਂਟ ਆਪਣੇ ਵੱਲੋਂ ਕਰ ਦਿੰਦੀ, ਉਦਾਂ ਵੀ ਤਾਂ ਕਰਦੇ ਹੀ ਆ। ਇਹ ਗਵਰਨਮੈਂਟ ਲਈ ਬਹੁਤ ਮੈਨੇ ਨਹੀਂ ਰੱਖਦਾ। ਇਹ ਰੋਡ ਦੇ ਨਾਲ ਨਾਲ ਲੈਂਡ ਹੈ ਜਿਹੜੀ ਫਾਰਮਰਸ ਦੀ, ਉਹਨੂੰ ਲੀਜ਼ ਤੇ ਲੈ ਲੈਂਦੇ, ਲੀਜ਼ ਤੇ ਲੈ ਕੇ ਇਹਨਾਂ ਨੂੰ ਬਿਠਾ ਦਿੰਦੇ ਐਂਡ ਨੈਗੋਸ਼ੀਏਸ਼ਨ ਵੀ ਇੱਕ ਸੁਚਾਰੂ ਢੰਗ ਨਾਲ ਹੋ ਜਾਂਦੀ। ਹੋਲਡ ਬੈਕ ਕਰ ਲੈਂਦੇ, ਕਹਿ ਦਿੰਦੇ ਆਲ ਰਾਈਟ ਨੈਗੋਸ਼ੀਏਸ਼ਨ ਕਰਾਂਗੇ, ਤੁਸੀਂ ਵਾਪਸ ਜਾਓ, ਅਸੀਂ ਕਾਨੂੰਨ ਰੋਕਤੇ, ਉਦੋਂ ਤੇ ਹੀ ਨਹੀਂ ਲਾਵਾਂਗੇ ਜਦ ਤੱਕ ਤੁਸੀਂ ਐਗਰੀ ਨਹੀਂ ਕਰੋਗੇ। ਕਿੰਨੀ ਕੁ ਗੱਲ ਹੈ ਇਹ ਤਾਂ ਹੈ ਨਹੀਂ ਨਾ ਕਿ ਇੰਡੀਅਨ ਨੈਸ਼ਨਲ ਇੰਟਰਸਟ ਕੰਪਰੋਮਾਈਜ਼ ਹੋ ਰਿਹਾ, ਇਹਦੇ ਚ ਕੋਈ ਐਡੀ ਵੱਡੀ ਸੀਰੀਅਸਨੈਸ ਨਹੀਂ ਹੈ। ਇਹ ਨਹੀਂ ਹੈ ਕਿ ਇਮੀਡੀਏਟਲੀ ਗਵਰਨਮੈਂਟ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਜਾ ਰਹੀ ਹੈ, ਇਹ ਵੀ ਨਹੀਂ ਹੈ। ਕਿਹੜੇ ਹਾਲਾਤ ਹੋ ਸਕਦੇ ਆ ਜਿਹਦੇ ਵਿੱਚ ਗਵਰਨਮੈਂਟ ਕੰਪੈਲ ਹੋ ਜਾਵੇ ਕਿ ਅਸੀਂ ਪਿੱਛੇ ਨਹੀਂ ਲੈ ਸਕਦੇ? ਜੇ ਉਸ ਕਿਸਮ ਦੇ ਹਾਲਾਤ ਹੋਣ ਤਾਂ ਸਮਝ ਆਉਂਦਾ ਹੈ ਲੋਕ ਵੀ ਗਵਰਨਮੈਂਟ ਦਾ ਸਾਥ ਦੇਣ, ਪਰ ਇਹਦੇ ਚ ਗਵਰਨਮੈਂਟ ਦੀ ਤਾਂ ਮੈਨੂੰ ਐਂ ਲੱਗਦਾ ਕਿ ਜਿੱਦ ਹੈ, ਅੜੀ ਹੈ। ਗਵਰਨਮੈਂਟ ਦੀ ਕਾਹਦੀ ਹੈ? ਸਾਡੇ ਪ੍ਰਧਾਨ ਮੰਤਰੀ ਦੀ ਹੈ। ਪ੍ਰਧਾਨ ਮੰਤਰੀ ਜੀ ਸੋ ਸਟਰੋਂਗ, ਜੋ ਚਾਹਨ ਤਾਂ ਵਾਪਸ ਹੋ ਸਕਦੇ ਆ, ਜੇ ਨਹੀਂ ਚਾਹਨ ਤਾਂ ਆਹੀ ਨੈਗੋਸ਼ੀਏਸ਼ਨ ਹੋਈ ਚੱਲੂਗੀ। ਇਹ ਜਿਹੜੇ ਮੋਦੀ ਸਾਹਿਬ ਦੇ ਮੰਤਰੀ, ਈਵਨ ਪ੍ਰਧਾਨ ਮੰਤਰੀ ਵੀ, ਜਿਨ੍ਹਾਂ ਇਹਨਾਂ ਦੀਆਂ ਸਟੇਟਮੈਂਟਾਂ ਰਿਪੀਟਡਲੀ ਆਈਆਂ ਹੈਗੀਆਂ ਵੀ ਕਿਸਾਨਾਂ ਦਾ ਸਟਰਗਲ ਨਹੀਂ ਹੈਗਾ, ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੀ ਬੈਕਿੰਗ ਹੈਗੀ ਆ, ਉਹ ਇਹ ਤਾਂ ਕਹਿੰਦੇ ਨਹੀਂ। ਉਹਦੇ ਵਿੱਚ ਕਾਂਗਰਸ ਗਵਰਨਮੈਂਟ ਵੱਲ ਵੀ ਇਸ਼ਾਰਾ ਉਹਨਾਂ ਦਾ ਹੁੰਦਾ ਹੈਗਾ। ਤੁਸੀਂ ਕੀ ਫੀਲ ਕਰਦੇ, ਪੋਲੀਟੀਕਲ ਪਾਰਟੀਆਂ ਦੀ ਬੈਕਿੰਗ ਹੈ ਜਾਂ ਰੈਂਡਮ ਕਿਸਾਨਾਂ ਦਾ ਇਹ ਸਟਰਗਲ ਲੱਗਦਾ ਤੁਹਾਨੂੰ? ਹਿੰਦੁਸਤਾਨ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਹਾਂਜੀ, ਹਰ ਇਨਸਾਨ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਹੈ। ਇਹ ਐਜੀਟੇਸ਼ਨ ਫਾਰਮਰਸ ਦੀ ਹੈ। ਇਸ ਐਜੀਟੇਸ਼ਨ ਦੇ ਵਿੱਚ ਸਭ ਪੋਲੀਟੀਕਲ ਪਾਰਟੀਆਂ ਵਿੱਚ ਗਈਆਂ ਹੋਈਆਂ। ਇਹਦੇ ਵਿੱਚ ਦੋ ਰਾਏ ਕੀ ਹੈ, ਇੱਕ ਗੁਨਾਹ ਕੀ ਹੈ? ਇਹ ਇੱਕ ਕਾਂਗਰਸ ਛੇੜਦਾ ਹੈ, ਇੱਕ ਆਮ ਆਦਮੀ ਛੇੜਦਾ ਹੈ, ਇੱਕ ਅਕਾਲੀ ਛੇੜਦਾ ਹੈ, ਇੱਕ ਲੈਫਟਿਸਟ ਛੇੜਦਾ ਹੈ। ਜੋ ਛੇੜਦਾ ਫਾਰਮਰ ਛੇੜ ਛੱਡ ਕੇ ਸਾਰੇ ਉੱਥੇ ਬੈਠੇ ਹੈ ਤਾਂ ਇਹਨੂੰ ਪੋਲੀਟੀਕਲ ਕਹਿਣਾ ਮੁਨਾਸਿਬ ਨਹੀਂ ਹੋਊਗਾ। ਨੋ ਡਾਊਟ ਕੁਝ ਪੋਲੀਟੀਕਲ ਪਾਰਟੀਆਂ ਦਾ ਜ਼ਿਆਦਾ ਕਲੋਜ਼ਨੈਸ ਹੈ ਇਸ ਐਜੀਟੇਸ਼ਨ ਦੇ ਨਾਲ, ਪਰ ਉਹ ਸੰਭਾਵਿਕ ਚੀਜ਼ ਹੈ, ਕਿਸੇ ਦੀ ਵੀ ਹੋ ਸਕਦੀ ਹੈ। ਇਹਨੂੰ ਪੋਲੀਟੀਕਲ ਅਹਿਮੀਅਤ ਦੇਣਾ ਠੀਕ ਹੈ। ਪੋਲੀਟੀਕਲ ਪਾਰਟੀਆਂ ਹੈ ਜਿਹੜੀਆਂ, ਉਹ ਡੈਫੀਨੇਟਲੀ ਉਹਨਾਂ ਦੇ ਪੋਸਟਰਸ ਬਦਲ ਜਾਂਦੇ ਆ। ਜੇ ਕਾਂਗਰਸ ਅੱਜ ਰੂਲਿੰਗ ਪਾਰਟੀ ਹੁੰਦੀ ਤਾਂ ਪੋਸਟਰ ਹੋਰ ਹੋਣਾ ਸੀ, ਕਾਂਗਰਸ ਅੱਜ ਆਪੋਜੀਸ਼ਨ 'ਚ ਤਾਂ ਪੋਸਟਰ ਹੋਰ ਹੈ। ਹਰੇਕ ਦਾ ਕਨਵੀਨੀਅੰਸ ਅਨੁਸਾਰ ਆਪਣੇ ਪੋਸਟਰਸ ਬਦਲ ਜਾਂਦੇ ਹਰ ਪੋਲੀਟੀਕਲ ਪਾਰਟੀ ਦੇ। ਮੈਂ ਆਈ ਲੀਵ ਨੋ ਪੋਲੀਟੀਕਲ ਪਾਰਟੀ ਆਊਟ ਆਫ ਇਟ। ਬਾਕੀ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਖੱਟਰ ਸਾਹਿਬ ਦੀ ਮੁਖਾਲਫਤ ਹੋ ਰਹੀ ਹੈ, ਮੰਤਰੀਆਂ ਦੀ ਮੁਖਾਲਫਤ ਹੋ ਰਹੀ ਹੈ, ਲੀਡਰਸ ਦੀ ਪੰਜਾਬ ਦੇ ਵਿੱਚ ਮੁਖਾਲਫਤ ਹੋ ਰਹੀ ਹੈ, ਮੈਂ ਕੋਈ ਪੋਲੀਟੀਕਲ ਪਾਰਟੀ ਨਹੀਂ ਜਿਹੜੀ ਹੀਟ ਮਹਿਸੂਸ ਕਰਕੇ ਇਮੀਡੀਏਟਲੀ ਆਪਣੇ ਫੈਸਲੇ ਨਾ ਬਦਲੇ। ਇਹ ਮੈਂ ਨਹੀਂ ਸਮਝਦਾ ਕਿ ਪੂਰਾ ਬੀਜੇਪੀ ਦਾ ਫੈਸਲਾ ਹੈ ਇਸ ਕਾਨੂੰਨਾਂ ਲਈ। ਇਹ ਕਿਤੇ ਨਾ ਕਿਤੇ ਇਹਨਾਂ ਦੀ ਟੌਪ ਲੀਡਰਸ਼ਿਪ ਦਾ ਹੀ ਫੈਸਲਾ ਹੈ ਜਿਹਦੇ ਤੇ ਇੰਨਾ ਜ਼ਿਆਦਾ ਸਖਤ ਰਵੱਈਆ ਅਖਤਿਆਰ ਕੀਤਾ ਹੈ। ਹਾਂਜੀ,
ਇਹਦੇ ਵਿੱਚ ਹੁਣ ਦੇਖੋ ਸਰਕਾਰ ਨੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਹੈਗਾ, ਇਹਨਾਂ ਦੀ ਤਾਂ ਮਨਸ਼ਾ ਪਹਿਲਾਂ ਹੀ ਉਹ ਕਲੀਅਰ ਹੈਗੀ, ਹੁਣ ਵੀ ਕਲੀਅਰ ਆ। ਹੁਣ ਜਿਹੜੇ ਕਿਸਾਨ ਆ, ਜਿਹੜੇ ਆਮ ਲੋਕੀ ਇੰਡੀਅਨ ਸਿਟੀਜ਼ਨ, ਉਹ ਸੁਪਰੀਮ ਕੋਰਟ ਤੇ ਭਰੋਸਾ ਰੱਖਣ ਜਾਂ ਸਰਕਾਰ ਤੇ ਕੋਈ ਭਰੋਸਾ ਰੱਖਣ? ਹੱਲ ਕਿਹਦੇ ਰਾਹੀਂ ਹੋਣੇ ਦੀ ਸੰਭਾਵਨਾ ਹੈਗੀ ਆ? ਹਾਲਾਂ ਸੁਪਰੀਮ ਕੋਰਟ ਦੀ ਜਿਹੜੀ ਕੱਲ ਦੀਆਂ ਆਬਜ਼ਰਵੇਸ਼ਨ ਬੜੀਆਂ ਉਹ ਕਰੈਕਟ, ਮਤਲਬ ਬਿਲਕੁਲ ਲੌਜੀਕਲ ਤੇ ਕਰੈਕਟ ਹੈਗੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭੱਜ ਜੀ, ਮੁਲਕ ਜਿਸ ਮਰਹਲੇ ਤੇ ਅੱਜ ਖੜਾ ਹੈ, ਹਾਂਜੀ, ਲੋਕਾਂ ਦਾ ਸੁਪਰੀਮ ਕੋਰਟ ਦੇ ਵਿੱਚ ਵੀ ਅਟਲ ਵਿਸ਼ਵਾਸ ਨਹੀਂ ਹੈ। ਨਹੀਂ ਯਾਰ, ਠੀਕ ਹੈ। ਇਹੀ ਵਜ੍ਹਾ ਹੈ ਕਿ ਫਾਰਮਰਸ ਨੇ ਪਹਿਲਾਂ ਕਿਹਾ ਕਿ ਸਾਨੂੰ ਸੁਪਰੀਮ ਕੋਰਟ ਵੀ ਇੱਥੋਂ ਉੱਠਣ ਲਈ ਕਹੂਗਾ ਤੇ ਅਸੀਂ ਨਹੀਂ ਉੱਠਣਾ। ਹਾਂਜੀ, ਇਹ ਚੀਜ਼ ਮਹਿਸੂਸ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਵੀ ਹੋਈ ਹੈ, ਜਿਹੜੇ ਕੇਸ ਲਿਆ ਸੀ। ਉਹਨਾਂ ਨੇ ਉਹ ਕਮੈਂਟ ਕੀਤਾ ਕਿ ਅਸੀਂ ਕੋਈ ਕਿਸੇ ਕਿਸਮ ਦੇ ਨਿਰਦੇਸ਼ ਨਹੀਂ ਦੇਣੇ, ਨਾ ਹੀ ਅਸੀਂ ਕਹਿਣਾ ਕਿ ਇੱਥੋਂ ਛੱਡ ਜਾਓ। ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ 'ਚ ਵੀ ਫੇਥ ਨਹੀਂ ਹੈ। ਜਿਹੜੀ ਉਹਨਾਂ ਦੀ ਕਮੈਂਟ ਸੀਗੇ ਜਿਹੜੇ ਕੱਲ ਹੈ, ਉਹਦੇ ਤੋਂ ਕਲੀਅਰ ਹੈ ਕਿ ਸੁਪਰੀਮ ਕੋਰਟ ਵੀ ਹੀਟ ਮਹਿਸੂਸ ਕਰਦਾ ਹੈ ਕਿ ਅਸੀਂ ਜੇ ਕੋਈ ਫੈਸਲਾ ਕਰਤਾ ਹੈ ਉਹਦਾ ਵੀ ਵਿਦਰੋਹ ਹੋ ਸਕਦਾ ਹੈ। ਹਾਂਜੀ, ਇੱਕ ਬੜੀ ਅਜੀਬ ਜੀ ਸਿਚੁਏਸ਼ਨ ਹੈ ਕਿ ਕੋਰਟ ਇਨਫਲੂਐਂਸਡ ਮਹਿਸੂਸ ਕਰੇ ਕਿ ਇਹ ਬੰਦੇ ਮੰਨ ਨਹੀਂ ਰਹੇ ਤਾਂ ਅਸੀਂ ਕੋਈ ਫੈਸਲਾ ਨਹੀਂ ਕਰਨਾ। ਐਸਾ ਕਮੈਂਟ ਕਰਨਾ ਵੀ ਮੈਂ ਸਮਝਦਾ ਸਾਡੀ ਕਾਨੂੰਨ ਦੀ ਪ੍ਰਣਾਲੀ ਦੀ ਬਹੁਤ ਵੱਡੀ ਕਮਜ਼ੋਰੀ ਹੈ, ਕਿਉਂਕਿ ਰੋਜ਼ਾਨਾ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ। ਸੁਪਰੀਮ ਕੋਰਟ ਤਾਂ ਕੇਵਲ ਤੇ ਕੇਵਲ ਅਮੀਰਾਂ ਦੇ ਅਪਰੋਚ ਕਰਨ ਵਾਲਾ ਕੋਰਟ ਰਹਿ ਗਿਆ। ਗਰੀਬ ਤਾਂ ਉੱਥੇ ਗੁਹਾਰ ਲਾਉਣ ਦੀ ਅਫੋਰਡ ਹੀ ਨਹੀਂ ਕਰ ਸਕਦਾ, ਅਫੋਰਡੇਬਲ ਨਹੀਂ ਰਿਹਾ, ਜਸਟਿਸ ਅਫੋਰਡੇਬਲ ਨਹੀਂ ਰਿਹਾ। ਇਹ ਚੀਜ਼ ਬਾਰੇ ਕਦੇ ਅੱਜ ਤੱਕ ਨਹੀਂ ਸੋਚਿਆ। ਸੁਪਰੀਮ ਕੋਰਟ ਇਸ ਮੁਲਕ ਦੇ ਸਭ ਤੋਂ ਅਹਿਮ ਮਸਲਿਆਂ ਲਈ ਇਕੱਲਾ ਹੁੰਦਾ ਹੈ, ਰੋਜ਼ਾਨਾ ਦੇ ਮਸਲਿਆਂ ਲਈ ਨਹੀਂ ਹੁੰਦਾ। ਸੁਪਰੀਮ ਕੋਰਟ ਦੇ ਵਿੱਚ ਤਾਂ ਬੇਲ ਐਪਲੀਕੇਸ਼ਨਸ ਪੈਂਡਿੰਗ ਹੈ, 15,000 ਕੇ ਕਿੰਨੀਆਂ ਪਿੱਛੇ ਆਇਆ ਸੀ, 1500 ਹੈ ਸ਼ਾਇਦ। ਇਸ ਕਿਸਮ ਦੇ ਕੇਸ ਸੁਪਰੀਮ ਕੋਰਟ ਤੱਕ ਪਹੁੰਚਣੇ ਨਹੀਂ ਚਾਹੀਦੇ। ਸੁਪਰੀਮ ਕੋਰਟ ਦਾ ਵੀ ਵਿਸ਼ਵਾਸ ਹੈ ਜਿਹੜਾ ਲੋਕਾਂ ਦਾ, ਉਹਦੇ ਵਿੱਚ ਕਮੀ ਆਈ ਹੈ। ਇਹ ਸੋਚਣਾ ਪਊਗਾ ਇਸ ਮੁਲਕ ਨੂੰ ਰਲ ਕੇ ਕਿ ਕਿਉਂ ਆਈ ਹੈ, ਇਹਦੇ ਵਿੱਚ ਸੁਧਾਰ ਕਰਨੇ ਪੈਣਗੇ। ਤੇ ਸੁਪਰੀਮ ਕੋਰਟ ਮੈਂ ਨਹੀਂ ਸਮਝਦਾ ਕੋਈ ਆਰਡਰ ਦਊਗਾ ਕਿ ਵਾਈਂਡ ਅਪ ਕੀਤੀ ਜਾਵੇ ਐਜੀਟੇਸ਼ਨ। ਪਰ ਐਜੀਟੇਸ਼ਨਿਸਟ ਨੂੰ ਵੀ ਸੋਚਣਾ ਪੈਣਾ ਹੈ ਕਿ ਜਿਹੜੇ ਲੋਕ ਉੱਥੇ ਬੈਠੇ ਆ ਉਹ ਵੀ ਹਿੰਦੁਸਤਾਨ ਦੇ ਨਾਗਰਿਕ ਹੈ। ਅੱਜ ਦੋਵਾਂ ਦੀ ਡੈਥ ਹੋਈ ਹੈ, ਠੀਕ ਹੈ, ਕਿਤੇ ਕੋਈ ਸੀਨੀਅਰ ਸਿਟੀਜ਼ਨ ਦੀ ਹੁੰਦੀ ਹੈ, ਬਰਾਬਰ ਦੀ ਦੁਖਦਾਈ ਹੈ, ਪਰ ਆਦਮੀ ਆਪਣੇ ਆਪ ਨੂੰ ਦਿਲਾਸਾ ਦੇ ਲੈਂਦਾ ਹੈ ਕਿ ਸ਼ਾਇਦ ਏਜਡ ਹੋਵੇ, ਸ਼ਾਇਦ ਕੁਝ ਹੋਵੇ। ਅੱਜ ਇੱਕ 40+ ਆਦਮੀ ਦੀ ਹਾਰਟ ਅਟੈਕ ਨਾਲ ਡੈਥ ਹੋਈ ਹੈ। ਡੈਫੀਨੇਟਲੀ ਇਹ ਠੰਡ ਦੀ ਵਜ੍ਹਾ ਜਿਹਦੇ ਨਾਲ ਹੋ ਰਹੀ ਹੈ। ਫਾਰਮਰਸ ਨੂੰ ਵੀ ਸੋਚਣਾ ਪਊਗਾ ਕਿ ਅਸੀਂ ਕਿਸ ਲੈਂਥ ਤੱਕ ਇਸ ਐਜੀਟੇਸ਼ਨ ਨੂੰ ਲੈ ਕੇ ਜਾਣਾ ਹੈ ਤੇ ਕਦ ਨੂੰ ਕਿਸ ਢੰਗ ਨਾਲ ਇਹਨੂੰ ਵਾਈਂਡ ਅਪ ਕਰਨਾ ਹੈ। ਇਹ ਬੜਾ $1 ਮਿਲੀਅਨ ਕੁਐਸਚਨ ਹੈ, ਇਹਦੇ ਉੱਤੇ ਹਰੇਕ ਨੂੰ ਸੋਚਣਾ ਪਊ। ਹਰੇਕ ਹਿੰਦੁਸਤਾਨੀ ਚਿੰਤਿਤ ਹੈ ਇਸ ਮਸਲੇ ਨੂੰ ਲੈ ਕੇ। ਚਲੋ, ਜੇ ਹੱਲ ਕੱਢਣ ਵੱਲ ਆਪਾਂ ਜਾਈਏ, ਜਿਵੇਂ ਜੇ ਇੱਕ ਸੁਪਰੀਮ ਕੋਰਟ ਦੀ ਆਬਜ਼ਰਵੇਸ਼ਨ ਆ ਵੀ ਇੱਕ ਜੇ ਕਮੇਟੀ ਬਣਾ ਦਿੱਤੀ ਜਾਵੇ ਜਿਹਦੇ ਤੇ ਫੂਲਕਾ ਸਾਹਿਬ ਦੀ ਮੈਂ ਕੱਲ ਇੰਟਰਵਿਊ ਸੁਣ ਰਿਹਾ ਸੀ, ਹੋਰ ਵੀ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਹੈਗਾ, ਉਹ ਤੁਹਾਡੇ ਹਿਸਾਬ ਨਾਲ ਕੁਝ ਇਫੈਕਟਿਵ ਹੋ ਸਕਦਾ ਮੀਡੀਏਸ਼ਨ ਸਰਕਾਰ ਤੇ ਉਹਦੇ ਵਿਚਾਲੇ ਕੁਝ ਹੋ ਜਾਵੇ। ਹਾਲਾਂਕਿ ਫਾਰਮ ਯੂਨੀਅਨ ਨੇ ਇਹ ਵੀ ਰਿਜੈਕਟ ਕਰਦੇ, ਇਹਦੇ ਬਾਰੇ ਕੀ ਤੁਹਾਡਾ ਓਪੀਨੀਅਨ ਹੈ? ਜਿਹੜੇ ਫਾਰਮਰਸ ਹੈ ਨਾ ਜੀ, ਉਹ ਜਿਹੜੇ ਹਾਲਾਤ ਹੋਏ ਆ ਐਜੀਟੇਸ਼ਨ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ, ਉਹਦੇ ਨਾਲ ਉਹ ਜੇ ਅੰਗਰੇਜ਼ੀ ਦਾ ਸ਼ਬਦ ਕਮਾਂ ਟੀਜ਼ ਹੋਏ ਹੋਏ। ਹਾਂਜੀ, ਹਾਂਜੀ, ਹਾਂਜੀ। ਕੋਈ ਵੀ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਉਹ ਮੰਨਣ ਲਈ ਤਿਆਰ ਨਹੀਂ, ਇਸ ਕਰਕੇ ਫਾਰਮ ਲੀਡਰਸ ਦੀ ਹਿੰਮਤ ਨਹੀਂ ਹੈ ਕੋਈ ਐਗਰੀ ਕਰ ਜਾਣ। ਮੈਂ ਪਿਛਲੀ ਵਾਰ ਵੀ ਕਿਹਾ ਸੀ ਕਿ ਦੇ ਆਰ ਨਾਟ ਵੈਲ ਸੈਟਲਡ ਔਨ ਦਾ ਹਾਰਸ। ਹਾਂਜੀ, ਇਹ ਜਿਹੜੀ ਭਾਵਨਾ ਹੈ ਉਹ ਯੂਨੈਨਿਮਸ ਭਾਵਨਾ ਹੈ ਉਹ ਲੋਕਾਂ ਦੀ ਜਿਹੜੇ ਉੱਥੇ ਬੈਠੇ ਆ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਵਾਪਸ ਨਹੀਂ ਜਾਣਾ। ਇਹ ਗਵਰਨਮੈਂਟ ਨੂੰ ਇਹ ਰਿਅਲਾਈਜ਼ ਕਰ ਲੈਣਾ ਚਾਹੀਦਾ। ਐਂਡ ਹੁਣ ਕੀ ਹੈ ਕਿ ਗਵਰਨਮੈਂਟ ਨੂੰ ਬੜਾ ਦਿਲ ਦਿਖਾਉਣਾ ਚਾਹੀਦਾ, ਗਵਰਨਮੈਂਟ ਨੂੰ ਅਹਿਮ ਰੋਲ ਪਲੇ ਕਰਨਾ ਚਾਹੀਦਾ ਹੈ। ਇਹ ਫਾਰਮ ਲਾਜ਼ ਨੂੰ ਵਿਦਹੋਲਡ ਕਰਕੇ ਇਹ ਐਜੀਟੇਸ਼ਨ ਵਾਈਂਡ ਅਪ ਕਰਾਉਣੀ ਚਾਹੀਦੀ ਹੈ। ਮੰਤਰੀ ਨੂੰ ਮੈਂ ਸਮਝਦਾ ਤੋਮਰ ਸਾਹਿਬ ਨੂੰ ਆਪ ਉੱਥੇ ਚਲੇ ਜਾਣਾ ਚਾਹੀਦਾ ਹੈ ਕਿ ਮੈਂ ਹੱਥ ਜੋੜਦਾ, ਤੁਸੀਂ ਵਾਪਸ ਜਾਓ, ਅਸੀਂ ਕਾਨੂੰਨ ਵਾਪਸ ਲੈ ਨਹੀਂ ਲਾਵਾਂਗੇ ਜਦ ਤੱਕ ਤੁਸੀਂ ਨਹੀਂ ਮੰਨਦੇ। ਇਹ ਬਹੁਤ ਬੜੀ ਗ੍ਰੇਟਨੈਸ ਹੋਊਗੀ ਜੇ ਹੋ ਜਾਵੇ। ਇਹ ਫਾਰਮਰਸ ਦੀ ਵਿਕਟਰੀ ਨਹੀਂ ਹੋਊਗੀ, ਇਹ ਗਵਰਨਮੈਂਟ ਦੀ ਵਿਕਟਰੀ ਹੋਊਗੀ। ਹਾਂ, ਬਿਲਕੁਲ।
ਇਹ ਵੀ ਤੁਸੀਂ ਬਹੁਤ ਅੱਛਾ ਕਿਹਾ ਹੈਗਾ। ਜੇ ਕਿਤੇ ਮੋਦੀ ਸਾਹਿਬ ਇਹ ਵੱਡਾ ਦਿਖਾਉਣ ਜਿਗਰਾ ਤੇ ਕੋਈ ਉਹਨਾਂ ਦੀ ਇਹ ਨਹੀਂ ਹੈਗਾ ਵੀ ਕੋਈ ਹਾਰ ਹੁੰਦੀ ਹੈਗੀ। ਉਹ ਸਰਕਾਰ ਦੀ ਬਹੁਤ ਵੱਡੀ ਜਿੱਤ ਆ। ਮਤਲਬ ਮੋਦੀ ਸਾਹਿਬ ਫਿਰ ਇੱਕ ਬੜੇ ਵੱਡੇ ਨੈਸ਼ਨਲ ਹੀਰੋ ਦੀ ਤਰ੍ਹਾਂ ਅਮਰਜ ਕਰ ਸਕਦੇ। ਪਤਾ ਨਹੀਂ ਉਹਨਾਂ ਨੂੰ ਗੱਲ ਕਿਉਂ ਨਹੀਂ ਸਮਝ ਆਉਂਦੀ, ਜਾਂ ਜਿੰਨੇ ਉਹਨਾਂ ਦੇ ਐਡਵਾਈਜ਼ਰ ਆ ਇਹ ਉਹਨਾਂ ਦੇ ਦਿਮਾਗ ਵਿੱਚ ਗੱਲ ਕਿਉਂ ਨਹੀਂ ਪਾਉਂਦੇ ਹੈਗੇ। ਇਹ ਇੱਕ ਬੜਾ ਮਤਲਬ ਇੰਨਾ ਜ਼ਿਆਦਾ ਵਿਦਨ ਕੰਟਰੀ ਆਪੋਜੀਸ਼ਨ ਐਂਡ ਆਊਟਸਾਈਡ ਕੰਟਰੀ ਜਿਹੜੀ ਹੈਗੀ ਆ, ਜਿਹੜੇ ਪੰਜਾਬੀ ਆ ਜਾਂ ਇੰਡੀਅਨ ਲੋਕੀ ਅਪੋਜ਼ ਕਰ ਰਹੇ ਹੈਗੇ ਆ। ਤੇ ਇਹ ਕੀ ਲੱਗਦਾ ਮੋਦੀ ਸਾਹਿਬ ਕੁਛ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨ ਤੇ ਕੁਛ ਰੀਥਿੰਕਿੰਗ ਲਈ ਮਜਬੂਰ ਹੋਣਗੇ, ਜਾਂ ਉਹੋ ਹੀ ਮੈਂ ਨਾ ਮਾਨੂ ਵਾਲਾ ਸਟੈਂਡ ਉਹਨਾਂ ਦਾ ਰਹੇਗਾ? ਨਾ ਮੈਡਮ ਇੰਦਰਾ ਗਾਂਧੀ ਨੂੰ ਕਦੇ ਐਡਵਾਈਸ ਦੀ ਲੋੜ ਸੀ, ਨਾ ਮੋਦੀ ਸਾਹਿਬ ਨੂੰ ਐਡਵਾਈਸ ਦੀ ਲੋੜ ਹੈ। ਇਹ ਦੋ ਇੰਨੇ ਜ਼ਿਆਦਾ ਬੁੱਧੀਜੀਵ ਪ੍ਰਾਈਮ ਮਿਨਿਸਟਰ ਸਾਡੇ ਹੋਏ ਆ, ਇਹਨਾਂ ਨੂੰ ਕਿਸੇ ਦੀ ਐਡਵਾਈਸ ਦੀ ਲੋੜ ਨਹੀਂ ਹੈ। ਹਾਂਜੀ ਹਾਂਜੀ। ਪਰ ਮੈਂ ਸਮਝਦਾ ਕਿ ਕੁਝ ਸੇਧ ਲੈਣੀ ਚਾਹੀਦੀ ਹੈ। ਹਾਂਜੀ। ਗੁਰੂ ਗੋਬਿੰਦ ਸਿੰਘ ਵੀ ਇਸ਼ੂ ਲਈ ਰੈਡੀ ਨਹੀਂ ਸੀ ਕਿ ਚਮਕੌਰ ਦੀ ਕੜੀ ਛੱਡੀ ਜਾਵੇ, ਬਟ ਹੀ ਬਲੀਵਡ ਇਨ ਦੀ ਵੌਇਸ ਆਫ ਪੰਚਾਇਤ। ਪੰਜ ਪਿਆਰਿਆਂ ਨੇ ਜੋ ਕਿਹਾ ਉਹਨਾਂ ਨੇ ਜਦੋਂ ਆਰਡਰ ਕੀਤਾ ਤੇ ਉਹ ਕਹਿੰਦੇ ਮੈਂ ਤਿਆਰ ਹਾਂ ਜੀ। ਇਹ that is his greatness, ਇਹੀ ਤਾਂ ਦੱਸ ਰਹੇ ਤੁਹਾਨੂੰ। ਹਾਂਜੀ। ਇਸ ਬਹੁਤ ਬੜੇ ਇਨਸਾਨ ਹੈ ਮੋਦੀ ਸਾਹਿਬ, ਜਿਵੇਂ ਪ੍ਰੋਜੈਕਟ ਹੋਇਆ ਮੁਲਕ ਨੇ ਮੰਨਿਆ ਹੋਇਆ, ਪਰ ਬੜਾਪਨ ਦਿਖਾਣਾ ਚਾਹੀਦਾ ਉਹਨਾਂ ਨੂੰ। ਮਿਸਿੰਗ ਹੈ ਉਹ ਆਉਣਾ ਚਾਹੀਦਾ ਬੜਾਪਨ। ਇਹ ਅੱਜ ਤੱਕ ਕਿਸੇ ਨੇ ਕਦੇ ਕਿੰਤੂ ਨਹੀਂ ਕੀਤਾ ਕਿ ਵਾਈ ਗੁਰੂ ਗੋਬਿੰਦ ਸਿੰਘ ਜੀ took that decision, and till date it is appreciated. His belief in common thinking, his belief in common walking, his belief in ਪੰਜ ਪਿਆਰਾਸ, ਇਹ ਐਡੀ ਵੱਡੀ ਹਿਸਟੋਰੀਕਲ ਈਵੈਂਟ ਹੈ, ਫੈਕਟ ਹੈ, ਜਿਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਹਰ ਇਨਸਾਨ ਨੂੰ। ਪਰ ਜਿੰਨਾ ਕੁ ਟਾਂਡਾ ਸਾਹਿਬ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਰੈਫਰੈਂਸ ਦਿੱਤਾ, ਇਹੋ ਚਲੋ ਪੰਜਾਬੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਡੇ ਜਿੰਨੇ ਗੁਰੂ ਪੀਰ ਸਾਰਿਆਂ ਦੇ ਉਹਨਾਂ ਦੀ ਪਰਸਨੈਲਿਟੀ ਤੇ ਬਹੁਤ ਜ਼ਿਆਦਾ ਅਸਰ ਹੈਗਾ, ਸਾਡੇ ਹੋਰ ਵੀ ਜਿਹੜੇ ਧਾਰਮਿਕ ਗੁਰੂਆਂ ਦਾ। ਤੇ ਪਰ ਜਿੰਨੀ ਕੁ ਹਿਸਟਰੀ ਕਹਿੰਦੀ ਹੈਗੀ ਆ, ਜਾਂ ਜਿਸ ਹਿਸਾਬ ਨਾਲ ਇਹ ਅੰਗਰੇਜ਼ਾਂ ਦਾ ਰਾਜ ਸੀ ਜਾਂ ਹੋਰ ਹੈਗਾ, ਇਹ ਮੇਰਾ ਖਿਆਲ ਜੇ ਮੋਦੀ ਸਾਹਿਬ ਖੁਦ ਨਹੀਂ ਮੋਲਡ ਹੁੰਦੇ ਤਾਂ ਬਹੁਤ ਲੰਬਾ ਸੰਘਰਸ਼ ਜਾਣੇ ਦੀ ਸੰਭਾਵਨਾ ਹੋਏਗੀ। ਇਹ ਤਾਂ ਹੈ ਨਹੀਂ ਕਿਸਾਨ ਹੁਣ ਵੀ ਵਾਪਸ ਮੁੜ ਜਾਣਗੇ, ਜਿੰਨਾ ਮਰਜ਼ੀ ਕੋਈ ਪ੍ਰੈਸ਼ਰ ਟੈਕਟਿਸ ਕਰ ਲੈਣ, ਕੋਈ ਹੋਰ ਕਰ ਲੈਣ। ਇਹ ਮੋਦੀ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹਿਸਟਰੀ ਦਾ, ਪਿਛਲੇ ਕੀ ਸਿੱਖ ਹਿਸਟਰੀ ਕਹਿੰਦੀ ਜਾਂ ਪੰਜਾਬ ਦੀ ਹਿਸਟਰੀ ਕੀ ਕਹਿੰਦੀ ਹੈਗੀ। ਦੇਖੋ ਪਿਛਲੀ ਸੈਂਚੁਰੀ ਦਾ ਸਟਰੋਂਗੈਸਟ ਲੀਡਰ ਵਿੰਸਟਨ ਚਰਚਿਲ ਹੋਇਆ। ਹਾਂਜੀ। ਚਰਚਿਲ ਸਾਹਿਬ ਕਦੇ ਨਹੀਂ ਸੀ ਮੰਨਦੇ ਕਿ ਹਿੰਦੁਸਤਾਨ ਨੂੰ ਆਜ਼ਾਦ ਕੀਤਾ ਜਾਵੇ। ਜੀ ਜੀ। ਉਹ ਇਹ ਵੀ ਬਹਾਨਾ ਲੈਂਦੇ ਸੀ ਕਿ ਹਿੰਦੁਸਤਾਨ ਦੇ ਵਿੱਚ ਬਲੱਡ ਸ਼ੈਡ ਹੋ ਜੂ, ਕਿਓਸ ਹੋ ਜੂਗਾ, ਦਿਸ ਕੰਟਰੀ ਵਿਲ ਕਿਲ ਇਟਸ ਓਨ ਕੰਟਰੀਮੈਨ, ਬਲੱਡ ਬਾਥ ਕਰ ਦੇਣਗੇ। ਪਰ ਉਹਨਾਂ ਨੂੰ ਆਪਣੇ ਪਾਰਲੀਮੈਂਟ ਦੀ ਵੌਇਸ ਮੰਨਣੀ ਪਈ। ਹਾਂਜੀ। ਉਹਨਾਂ ਨੂੰ ਇਹ ਐਗਰੀ ਕਰਨਾ ਪਿਆ ਕਿ ਦੇਸ਼ ਆਜ਼ਾਦ ਹੋਵੇ। ਹੁਣ ਜੋ ਮਰਜ਼ੀ ਨਾਮ ਦੇ ਲੈਣ ਪ੍ਰੈਜ਼ੈਂਟ ਗਵਰਨਮੈਂਟ, ਮੈਂ ਕਦੇ ਬਲੀਵ ਨਹੀਂ ਸੀ ਕਰਦਾ ਕਿ ਫਾਰਮ ਐਜੀਟੇਸ਼ਨ ਇੰਨੀ ਜ਼ਿਆਦਾ ਮਰਹਲੇ ਤੇ ਮੋੜ ਤੇ ਪਹੁੰਚ ਜਾਊਗੀ ਜਿਸ ਮੋੜ ਤੇ ਅੱਜ ਹੈਗੀ। ਅਨਬਲੀਵੇਬਲ। ਹਾਂਜੀ ਹਾਂਜੀ। ਐਂਡ ਆਜ਼ਾਦ ਹਿੰਦੁਸਤਾਨ ਦੇ ਬਾਅਦ ਇਹ ਪਹਿਲੀ ਐਜੀਟੇਸ਼ਨ ਹੈ ਜਿਹੜੀ ਭਾਵਨਾ ਨਾਲ ਹੈ, ਜਿਹੜੀ ਲੋਕਾਂ ਨੂੰ ਘੇਰ ਕੇ ਨਹੀਂ ਸੜਕ ਤੇ ਲਿਆਇਆ ਗਿਆ। ਲੋਕ ਆਪਣੇ ਆਪ ਖੁਦ ਬ ਖੁਦ ਆਏ ਹੈ। ਐਂਡ ਲੋਕਾਂ ਦੀ ਇੱਛਾ ਸ਼ਕਤੀ ਇੰਨੀ ਸਖਤ ਹੈ, ਇੰਨੀ ਦ੍ਰਿੜ ਹੈ, ਇੰਨੀ ਦਲੇਰ ਹੈ ਕਿ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ। ਇਹ ਐਲੀਮੈਂਟ ਕਿਉਂ ਗਵਰਨਮੈਂਟ ਨੂੰ ਨਜ਼ਰ ਨਹੀਂ ਆਉਂਦਾ? ਕਿਉਂ ਇਹਨਾਂ ਦੀ ਐਨਕ ਦੇ ਉੱਤੇ ਧੁੰਦ ਪਈ ਹੋਈ ਹੈ? ਕਿਉਂ ਨਹੀਂ ਇਹ ਦੇਖ ਸਕਦੇ? ਹਟਾ ਲੈਣ ਪਰਦਾ ਹਟਾ ਕੇ ਦੇਖ ਲੈਣ। ਐਂਡ ਬਾਰ-ਬਾਰ ਕਹਿ ਰਹੇ ਹੈ ਇਹ ਗਵਰਨਮੈਂਟ ਰਿਸਪੌਂਸਿਬਲ ਹੋਊਗੀ ਜਿਹਦੇ ਕੌਨਸੀਕੁਐਂਸਿਸ ਗਲਤ ਆਣਗੇ। ਮੈਂ ਬੋਲਣਾ ਨਹੀਂ ਚਾਹੁੰਦਾ। ਦੇयर आर ਇੰਨੇ ਸਟਰੋਂਗ ਫੀਅਰਸ ਹੈ ਅੰਦਰ। it won't be advisable in countries internal security interest ਕੇ ਮੈਂ ਬੋਲਾਂ ਇੱਥੇ, ਪਰ ਗਵਰਨਮੈਂਟ ਨੂੰ ਨਜ਼ਰ ਨਹੀਂ ਆਉਂਦਾ। ਇਟਸ ਵੈਰੀ ਅਨਫੋਰਚੂਨੇਟ। ਇਹ ਬੀਜੇਪੀ ਦੇ ਐਮਪੀ ਸੁਬਰਾਮਨਿਅਮ ਸਵਾਮੀ ਦੀ ਇੱਕ ਇੰਟਰਵਿਊ ਵਾਇਰਲ ਹੋ ਰਹੀ ਹੈ, ਤੁਸੀਂ ਸ਼ਾਇਦ ਉਹ ਦੇਖੀ ਹੋਣੀ ਹੈਗੀ ਆ। ਉਹਦੇ ਵਿੱਚ ਵੀ ਉਹਨਾਂ ਨੇ ਆਪਣੇ ਤਰੀਕੇ ਨਾਲ
ਇਹ ਆਪਣੇ ਵਿਚਾਰ ਪ੍ਰਗਟ ਕੀਤੇ ਹੈਗੇ ਆ। ਹਾਲਾਂ ਉਹ ਬੀਜੇਪੀ ਦੇ ਐਮਪੀ ਆ, ਉਹ ਬੜੇ ਇੱਕ ਇੰਟੈਲੈਕਚੁਅਲ, ਮੈਂ ਉਹਨਾਂ ਨੂੰ ਐਮਪੀ ਮੰਨਦਾ, ਜਿਹੜੀ ਵੀ ਗੱਲ ਕਰਦੇ ਬੜੀ ਲੌਜਿਕ ਵਾਲੀ ਕਰਦੇ ਹੈਗੇ ਆ। ਇਹਦੇ ਤੋਂ ਕੁਝ ਸਰਕਾਰ ਨੂੰ ਆਪਣੇ ਬੰਦਿਆਂ ਤੋਂ ਵੀ ਸੇਧ ਲੈ ਲੈਣੀ ਚਾਹੀਦੀ, ਜਾਂ ਇਹਨਾਂ ਕੋਲ ਇੰਟਰਨਲ ਇੰਟੈਲੀਜੈਂਸ ਦੀ ਆਊਟਪੁੱਟ ਹੁੰਦੀ ਹੈਗੀ, ਜਾਂ ਸਾਰਾ ਕੁਝ ਲੋਕਾਂ ਦੀ ਕੀ ਫੀਲਿੰਗ ਆ ਰਹੀ ਕੀ ਨਹੀਂ ਆ ਰਹੀ ਹੈਗੀ ਆ। ਅੱਛਾ, ਇਹਦੇ ਤੇ ਇੱਕ ਜਿਹੜਾ ਤੁਸੀਂ ਥੋੜਾ ਜਿਹਾ ਖਦਸ਼ਾ ਕਰਦੇ ਆ, ਦੇਖੋ ਇੱਕ ਸਬਰ ਦਾ ਵੀ ਪਿਆਲਾ ਹੁੰਦਾ ਹੈਗਾ, ਜਦੋਂ ਭਰ ਜਾਂਦਾ ਹੈਗਾ। ਹੁਣ 26 ਜਨਵਰੀ ਆ ਰਹੀ ਹੈਗੀ ਆ, ਸਾਡਾ ਰਿਪਬਲਿਕ ਡੇ ਹੈਗਾ। ਇਹ ਪੈਰਲਲ ਕਿਸਾਨਾਂ ਨੇ ਟਰੈਕਟਰ ਮਾਰਚ ਜਾਂ ਰੈਲੀ ਕੱਢਣ ਦਾ ਹੈਗਾ, ਉਹ ਮਤਲਬ ਦੈਟ ਇਜ਼ ਦ ਸਾਈਨ ਆਫ, ਹਾਲਾਂ ਤੋਂ ਉਹ ਉਹਨਾਂ ਨੇ ਪੀਸਫੁਲ ਲਿਮਿਟ ਵਿੱਚ ਰਹਿ ਕੇ ਕਰਨਾ ਹੈਗਾ। ਪਰ ਇਹ ਕਿਸਮ ਦਾ ਇੱਦਾਂ ਦਾ ਖਦਸ਼ਾ ਵੀ ਫੀਲ ਕੀਤਾ ਜਾ ਰਿਹਾ ਹੈ, ਐਜੀਟੇਸ਼ਨ ਥੋੜਾ ਜਿਹਾ ਵਾਇਲੈਂਟ ਰੂਪ ਲੈ ਸਕਦੀ ਹੈਗੀ ਆ, ਕਿ ਜੰਗ ਬਲਾਡਿਆ ਇੱਕ ਬੰਦਾ ਤੰਗ ਆ ਜਾਂਦਾ, ਫਿਰ ਜੋ ਮਰਜ਼ੀ ਕਰਨ ਦੀ ਸਟੇਜ ਤੇ ਆ ਜਾਂਦਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਟਾਂਡਾ ਸਾਹਿਬ। ਦੇਖੋ ਭਾਜੀ, ਸਿਚੁਏਸ਼ਨ ਇਹ ਹੈ ਕਿ ਪੈਂਡੈਮਿਕ ਚੋਂ ਅਸੀਂ ਗੁਜ਼ਰ ਰਹੇ ਹਾਂ, ਹਲੇ ਕੁਝ ਨਹੀਂ ਪਤਾ ਸੈਕਿੰਡ ਸਪਾਈਕ ਨੇ ਕੀ ਰੰਗ ਦਿਖਾਣਾ ਹੈ। ਜੀ ਜੀ। ਬਰਡ ਫਲੂ 10 ਸੂਬਿਆਂ ਦੇ ਵਿੱਚ ਫੈਲ ਗਿਆ। ਹਾਂਜੀ, ਉਹ ਵੀ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਹਾਂਜੀ। ਇਹਦੇ ਇਲਾਵਾ ਸਾਡੀਆਂ ਫੋਰਸਸ ਦੋਨੇ ਬਾਰਡਰਸ ਤੇ ਨਾਰਥ ਐਂਡ ਵੈਸਟ ਹਾਂਜੀ ਪੂਰੀਆਂ ਐਕਟਿਵ ਹੈ। ਹਾਂਜੀ ਸਾਡਾ ਪੂਰੀ ਲਸ਼ਕਰ ਬਾਰਡਰ ਤੇ ਤਾਇਨਾਤ ਕੀਤਾ ਹੋਇਆ ਹੈ। ਅਸੀਂ ਇਕਨੋਮਿਕ ਕ੍ਰਾਈਸਿਸ ਹੈ, ਇਕਨੋਮੀ ਇੰਡੀਆ ਦੀ ਸ਼ੈਟਰ ਕੀਤੀ ਹੋਈ ਹੈ। ਜੀ ਜੀ। ਅਸੀਂ ਇੰਨੇ ਜ਼ਿਆਦਾ ਚੈਲੰਜਸ ਦੇ ਨਾਲ ਪੰਜਵਾਂ ਚੈਲੰਜ, ਸੈਲਫ ਕ੍ਰੀਏਟਡ ਚੈਲੰਜ ਕ੍ਰੀਏਟ ਕਰੀਏ, ਉਹ ਐਡਵਾਈਜ਼ੇਬਲ ਨਹੀਂ ਹੈ। ਅਗੇਂਸਟ ਕਾਮਨ ਸੈਂਸ ਹੈ, ਅਗੇਂਸਟ ਨੈਸ਼ਨਲ ਇੰਟਰਸਟ ਹੈ। फार्मर सही है, फार्मर गलत है। गवर्नमेंट मस्ट कम नॉट वन स्टेप, इफ रिक्वायर्ड 100 स्टेप्स फॉरवर्ड। ਇਹਨੂੰ ਖਤਮ ਕਰਨਾ ਚਾਹੀਦਾ। ਹਾਂਜੀ ਹਾਂਜੀ। ਚਲੋ, ਇਹ ਤੁਸੀਂ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਇਹ ਗੱਲ ਕਹਿਤੀ ਹੈਗੀ। ਅਖੀਰ ਤੇ ਫਾਰਮਲੀ ਫਿਰ ਵੀ ਮੋਦੀ ਸਾਹਿਬ ਨੂੰ ਤੁਸੀਂ ਅਪੀਲ ਕਰਦੇ ਹੋ, ਐਟਲੀਸਟ 26 ਜਨਵਰੀ ਤੋਂ ਪਹਿਲਾਂ ਪਹਿਲਾਂ ਜੇ ਥੋੜੇ ਜਿਹੇ ਦਿਨ ਪਏ ਹੈਗੇ ਆ, ਇਹ ਸਾਰਾ ਜਿਹੜਾ ਈਦ ਆਊਟ ਹੋ ਜਾਣਾ ਚਾਹੀਦਾ ਹੈਗਾ। ਵੱਡਾ ਦਿਲ ਦਿਖਾਣ, ਜਿਵੇਂ ਤੋਮਰ ਸਾਹਿਬ ਵੀ ਉੱਥੇ ਜਾ ਕੇ ਕਹਿਣਗੇ, ਜਿਵੇਂ ਤੁਸੀਂ ਕਿਹਾ, ਇੱਦਾਂ ਦਾ ਕੁਛ ਨਾ ਕੁਛ ਵਾਇਆ ਮੀਡੀਆ ਲੱਭ ਕੇ ਜਾਂਦੇ ਜਾਂਦੇ ਅਪੀਲ ਜ਼ਰੂਰ ਕਰਦੇ। ਮੈਂ ਤਾਂ ਇਹ ਕਹੂੰਗਾ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ, ਪੰਜਾਬ ਨੇ ਹਿੰਦੁਸਤਾਨ ਦੀ ਹਰ ਘਾਲਣਾ ਦੇ ਵਿੱਚ ਹਿੱਸਾ ਪਾਇਆ। ਹਾਂਜੀ। ਅੱਜ ਪੰਜਾਬ ਦਾ ਕਿਸਾਨ ਸੜਕਾਂ ਤੇ ਬੈਠਾ ਹੈ, ਪੂਰੇ ਮੁਲਕ ਦਾ ਕਿਸਾਨ ਉਹਦੇ ਹੱਕ ਦੇ ਵਿੱਚ ਹੈ। ਅੱਜ ਤੁਹਾਡੇ ਵੱਲ ਦੁਨੀਆ ਦੇਖਦੀ ਹੈ, ਤੱਕਦੀ ਹੈ ਕਿ ਤੁਸੀਂ ਕੁਛ ਨਾ ਕੁਛ ਕਰੋਗੇ। ਜੇ ਨਹੀਂ ਕਰੋਗੇ, ਇਹਦੇ ਕੌਨਸੀਕੁਐਂਸਸ ਜੋ ਵੀ ਹੋਣਗੇ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ, ਤੇ ਇਤਿਹਾਸ ਕਦੇ ਤੁਹਾਨੂੰ ਮਾਫ ਨਹੀਂ ਕਰ ਸਕੂਗਾ। ਪਲੀਜ਼ ਰਾਈਜ਼ ਟੂ ਦੀ ਓਕੇਜਨ, ਉਭਰੋ, ਉੱਠੋ, ਫੈਸਲਾ ਲਓ, ਤਾਂ ਕਿ ਪੂਰਾ ਮੁਲਕ ਤੁਹਾਡੀ ਜੈ ਜੈਕਾਰ ਕਰੇ। ਬਹੁਤ ਅੱਛੀ ਗੱਲ ਕੀਤੀ ਹੈ, ਬਿਲਕੁਲ ਲੌਜੀਕਲ ਤੁਹਾਡਾ ਸਾਹਿਬ ਤੁਹਾਡੀਆਂ ਗੱਲਾਂ ਹੈਗੀਆਂ। ਦੇਖੋ, ਇੱਕ ਨੁਕਸਾਨ ਇੱਕ ਆਖਰ ਵਿੱਚ ਹੈ ਇਹਦਾ, ਦੇਖੋ ਇਕਨੋਮਿਕ ਲਾਸਿਸ, ਜਿਵੇਂ ਤੁਸੀਂ ਕਿਹਾ, ਪ੍ਰਾਈਮ ਮਿਨਿਸਟਰ ਦਾ ਹੋਰ ਪਾਸੇ ਵੀ ਬਹੁਤ ਧਿਆਨ ਹੈਗਾ। ਸਾਡੇ ਬਾਰਡਰਸ ਹੈਗੇ ਆ, ਹੁਣ ਬਹੁਤੀ ਗੱਲ ਨਹੀਂ ਆਪਾਂ ਬਾਰਡਰ ਦੀ ਕਰ ਸਕਦੇ ਹੈਗੇ। ਇਕਨੋਮਿਕ ਲਾਸ 4,000 ਕਰੋੜ ਦਾ ਡੇਲੀ ਹੋ ਰਿਹਾ ਹੈਗਾ। ਜਿਹੜਾ ਇਹੋ ਇੰਨਾ 3-4 ਮਹੀਨੇ ਤੋਂ ਲਾਸ ਹੋ ਰਿਹਾ, ਉਹ ਹੀ ਕਿਸਾਨਾਂ ਦੇ ਵੈਲਫੇਅਰ ਲਈ ਸਰਕਾਰ ਕਰਦੇ। ਇਹਦੇ ਬਾਰੇ ਕਿਉਂ ਪ੍ਰਾਈਮ ਮਿਨਿਸਟਰ ਨਹੀਂ ਸੋਚਦੇ? ਕੁਛ ਇੱਦਾਂ ਦਾ ਵੀ ਕੁਛ ਨਾ ਕੁਛ ਕਰਨਾ ਚਾਹੀਦਾ। ਸਭ ਨੂੰ ਸੋਚਣਾ ਪਊ ਜੀ। ਮੁਲਕ ਦੇ ਲਾਸ ਦੇ ਨਾਲ ਪੰਜਾਬ ਦਾ ਸਭ ਤੋਂ ਵੱਡਾ ਇਕਨੋਮਿਕ ਲਾਸ ਹੋ ਰਿਹਾ। ਅੱਜ ਪੰਜਾਬ ਸਰਕਾਰ ਨੇ ਨਵਾਂ ਕੁਹਾੜਾ ਚਲਾਇਆ, 0.225 ਟੈਕਸ ਹੈ ਜਿਹੜਾ, ਉਹ ਪ੍ਰਾਪਰਟੀ ਸੇਲਸ ਤੇ ਲਾ ਦਿੱਤਾ ਹੈ। 0.25 ਪੈਟਰੋਲ ਡੀਜ਼ਲ ਤੇ ਲਗਾ ਦਿੱਤਾ ਹੈ। ਇਹ ਭਾਰ ਲੋਕਾਂ ਦੇ ਮੋਢਿਆਂ ਤੇ ਪੈਣਾ, ਲੋਕਾਂ ਨੇ ਹੋਰ ਪਿਸਣਾ ਹੈ। ਇਹ ਤਾਂ ਪੰਜਾਬੀ ਅੱਗੇ ਮਰੇ ਹੋਏ ਆ, ਤੁਸੀਂ ਹੋਰ ਪੰਜਾਬ ਨੂੰ ਮਾਰਨ ਲੱਗੇ ਹੋਏ ਹੋ। ਰੱਬ ਦਾ ਵਾਸਤਾ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਚਲੋ ਟਾਂਡਾ ਸਾਹਿਬ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਹੀਆਂ। ਆਸ ਕਰਦੇ ਹੈਗੇ ਆ ਕੋਈ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਵੇ, ਸਾਰਾ ਈਦ ਆਊਟ ਹੋ ਜਾਵੇ। ਤੁਸੀਂ ਸਾਡੇ ਨਾਲ ਲੁਧਿਆਣਾ ਤੋਂ ਆਨਲਾਈਨ ਜੁੜੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ। ਧੰਨਵਾਦ ਸਰ। ਜੈ ਹਿੰਦ। ਜੈ ਹਿੰਦ।